वाहिगुरु जी का खालसा वाहिगुरु जी की फतेह। परम सन्मानयोग सतगुरां दे हजूर जुड़न बैठे रब रूप गुरमुख सत्संगी जन, सतगुरां दी बख्शिश महरामत दा सदका गुरु दर ते जुड़न दा सुभाग समा नसीब होया। सतगुरु जी दी इलाही अमृतमय बाणी दा कीर्तन गुरु के प्यारे कीर्तनिया पासों आप जी ने सरवण किया। गुरु दर ते जुड़ के गुरु दी बाणी द्वारा वाहिगुरु नाल जुड़न दा सांझ पाउण दा निमाणा जिहा उपराला कर रहे हैं। सतगुरु रहमत करदे हैं, बाणी अंदर समझाउंदे ने कि मनुख नूं पंजां विकारां ने ऐसा अपने वस कीता है कि ये मनुख बाकी सब नूं जित लैंदा है, पर इन्हां विकारां नूं नहीं जित पांदा। सतगुरु कहंदे इत्थे दूसरिਆਂ ਨੂੰ जितना सौखा है। लोग दुनिया ਨੂੰ जित ਲੈਂਦੇ ਨੇ ਤੇ ਦੁਨੀਆ ਨੂੰ ਜਿੱਤਣ ਦੇ ਕਾਰਜ ਵਿੱਚ ਹੀ ਸਭ ਲੱਗੇ ਹੋਏ ਨੇ। ਕੋਈ ਆਪਣੇ ਸਰੀਰ ਦੇ ਜ਼ੋਰ ਨਾਲ ਦੁਨੀਆ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ, कोई पैसे दे जोर नाल, कोई अपनी बुद्धि अपने दिमाग दे जोर नाल, कोई अपनी खूबसूरती दे जोर नाल, कोई किसे ढंग नाल, कोई किसे ढंग नाल। लोग लगे हुए ने दुनिया नूं जितण, दूसरिਆਂ नूं जितण, पर अपना आप नहीं जित्या जांदा। ये काम क्रोध नहीं जिते जाते। इसलिए अज दे इस पावन बचन अंदर गुरु अर्जुन देव महाराज कहते ने कि जिन मिल मारे पंच सूरबीर ऐसो कौन बलीरे। सतगुरु कहते ऐसा केड़ा सूरमा है जिन्हें अपने अंदरों पंजां विकारां नूं मार लिया। बाहर दे दुश्मनां नूं मार लेना आसान जिहा काम है, पर अपने अंदर जिहड़े पंज वैरी ने इन्हां नूं मारना आसान काम नहीं है। लोग इन्हां दे हत्थों मर जांदे ने, पर इन्हां नूं मार नहीं पांदे। इसलिए सतगुरु कहंदे लोग अपने आप को बड़े बड़े सूरमे कहते हैं कि मेरे वर्गा सूरमा कोई नहीं, मेरे वर्गा बलवान, मेरे वर्गा चतुर कोई नहीं। सतगुरु कहते इस माया दे अगे सब दी चतुरता रह जाती है। इन्हां विकारां दे अंगे सब सियाणे तो सियाणे मूर्ख सिद्ध होए ने। बड़े बड़े बलवान इस माया दे अगे गोडे टेके दिखाई देते ने। इसलिए इनू जितना इन्ना सौखा नहीं। जिन मिल मारे पंच सूरबीर ऐसो कौन बली है। जिन्हें काम नू जित लिया, क्रोध नू जित लिया, लोभ नू मोह नू जित लिया, ऐसा कौन है। कोई आले दुआले ऐसा नज़र नहीं आता। सब इस मोह माया दे विच डुबे हुए दिखाई देंदे ने। किसे नूं काम वासना ने बहुत जकड़िया होया, किसे नूं क्रोध दी वासना ने जकड़िया होया, किसे नूं मोह बड़ा है चीज़ां दा, पैसे दा, परिवार दा, किसे नूं इसने पकड़िया जकड़िया, किसे नूं लोभ बड़ा है, लालच। तो फिर हंकार तो कोई भी नहीं बचा।
ਅਹੰਕਾਰ ਤੋਂ ਕੌਣ ਬਚਿਆ? ਕੋਈ ਵੀ ਇੱਥੇ ਹੰਕਾਰ ਤੋਂ ਬਚਿਆ ਹੋਇਆ ਨਜ਼ਰ ਨਹੀਂ ਆਉਂਦਾ। ਇਹ ਤਾਂ ਸਿਰਫ 5 ਨੇ। ਸਤਿਗੁਰੂ ਕਹਿੰਦੇ ਇਹਨਾਂ 5 ਤੋਂ ਅਗਾਂਹ ਹੋਰ ਵੀ ਬਹੁਤ ਕੁਛ ਹੈ। ਮੇਨ ਇਹ 5 ਨੇ। ਮਾਇਆ ਇਹਨਾਂ ਦੀ ਅਗਵਾਈ ਕਰਦੀ ਹੈ। ਮਾਇਆ ਦੇ ਇਹ 5 ਅੰਗ ਨੇ, 5 ਹਿੱਸੇ ਨੇ। ਇਹਨਾਂ 5 ਤੋਂ ਅਗਾਂਹ ਹੋਰ ਬਹੁਤ ਕੁਛ ਅੱਗੇ ਹੋ ਜਾਂਦਾ ਹੈ। ਆਸਾ, ਤ੍ਰਿਸ਼ਨਾ, ਈਰਸ਼ਾ, ਦਵੈਸ਼, ਨਿੰਦਾ, ਐਸੇ ਹੋਰ ਬਹੁਤ ਸਾਰੇ ਅਗਾਂਹ ਪੈਦਾ ਹੋ ਜਾਂਦੇ ਨੇ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਐਸਾ ਕੋਈ ਸੂਰਮਾ ਦਿਸਦਾ ਨਹੀਂ ਜਿਹਨੇ ਇਹਨਾਂ 5 ਨੂੰ ਜਿੱਤ ਲਿਆ ਹੋਵੇ। ਫੌਜਾਂ ਨੂੰ ਜਿੱਤ ਲੈਂਦੇ ਨੇ ਲੋਕ। ਇਕੱਲੇ ਲੋਕ, ਇਕੱਲਾ ਆਦਮੀ ਕਈ ਬੰਦਿਆਂ ਨੂੰ ਮਾਰ ਮੁਕਾਉਂਦਾ ਹੈ। ਬੜੀ ਸੂਰਬਤਾ, ਬੜੀ ਬਹਾਦਰੀ, ਪਰ ਉਹ ਕਾਮ ਦੇ ਹੱਥੋਂ ਹਾਰ ਜਾਂਦਾ ਹੈ। ਉਹ ਮੋਹ ਦੇ ਹੱਥੋਂ ਹਾਰ ਜਾਂਦਾ ਹੈ। ਇਸ ਲਈ ਲੋਕ ਸਰੀਰ ਦੇ ਬਲ ਕਰਕੇ ਕਦੇ ਹਾਰਦੇ ਨਹੀਂ। ਜਦੋਂ ਹਾਰਦੇ ਨੇ ਆਪਣੇ ਮਨ ਦੀ ਕਮਜ਼ੋਰੀ ਕਰਕੇ ਹਾਰਦੇ ਨੇ। ਜੋ ਮਨ ਦੇ ਅੰਦਰ ਮੋਹ ਹੈ ਨਾ, ਉਹਦੇ ਕਰਕੇ ਬੰਦਾ ਹਾਰ ਜਾਂਦਾ ਹੈ। ਜੋ ਮਨ ਦੇ ਅੰਦਰ ਲੋਭ ਹੈ, ਉਹਦੇ ਕਰਕੇ ਹਾਰ ਜਾਂਦਾ ਹੈ। ਉਹ ਵਿਕਾਰ, ਉਹ ਵਾਸਨਾਵਾਂ, ਉਹ ਲੈ ਡੁੱਬਦੀਆਂ ਬੰਦੇ ਨੂੰ। ਐਸਾ ਬਹੁਤ ਦਫਾ ਹੁੰਦਾ ਹੈ। ਇੱਕ ਵਾਸਨਾ ਸਾਨੂੰ ਅਖੀਰ ਗੁਰੂ ਦੇ ਚਰਨਾਂ ਨਾਲ ਜੁੜਦਿਆਂ ਵੀ ਤੋੜ ਦਿੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਕੋਈ ਸਿੱਖ ਸਾਨੂੰ ਬਾਣੀ ਦਾ ਪਾਠ ਸੁਣਾਓ। ਜਿਹੜਾ ਸ਼ੁੱਧ ਗੁਰੂ ਦੀ ਬਾਣੀ ਦਾ ਪਾਠ ਸੁਣਾਵੇਗਾ ਉਹਨੂੰ ਮੂੰਹ ਮੰਗੀ ਦਾਤ ਮਿਲੇਗੀ। ਇੱਕ ਸਿੱਖ ਨੇ ਸੁਣਾਇਆ ਬੜੇ ਪਿਆਰ ਨਾਲ, ਬੜੀ ਸੁਰ ਵਿੱਚ, ਬੜੀ ਲੈ ਵਿੱਚ, ਬੜਾ ਟਿਕ ਕੇ, ਬੜਾ ਹੀ ਸ਼ੁੱਧ ਉਚਾਰਨ ਕਰਕੇ ਉਸਨੇ ਪਾਠ ਸੁਣਾਇਆ। ਮਨ ਵਿੱਚ ਕੋਈ ਇੱਛਾ ਨਹੀਂ ਸੀ, ਬੜਾ ਜੁੜਿਆ ਹੋਇਆ ਸੀ। ਗੁਰੂ ਸਾਹਿਬ ਨੇ ਵਿਚਾਰਿਆ ਕਿ ਇਹਦੇ ਮਨ ਅੰਦਰ ਕੋਈ ਇੱਛਾ ਨਹੀਂ ਹੈ, ਅੱਜ ਇਹਨੂੰ ਸਭ ਕੁਝ ਦੇ ਦੇਣਾ ਹੈ। ਪਰ ਜਿਵੇਂ ਹੀ ਉਹ ਜਪਜੀ ਸਾਹਿਬ ਦੀ ਸਮਾਪਤੀ ਵੱਲ ਨੂੰ ਹੋਇਆ, ਉਹਦੇ ਮਨ ਅੰਦਰ ਇੱਛਾ ਖੜੋ ਗਈ, ਵਾਸਨਾ। ਕਿ ਉਸੇ ਦਿਨ ਕਿਸੇ ਨੇ ਗੁਰੂ ਸਾਹਿਬ ਨੂੰ ਘੋੜਾ ਭੇਂਟ ਕੀਤਾ ਸੀ। ਮਨ ਵਿੱਚ ਇੱਛਾ ਉੱਠ ਗਈ ਕਿ ਕਿੰਨਾ ਚੰਗਾ ਹੋਵੇ ਜੇ ਗੁਰੂ ਅੱਜ ਮੈਨੂੰ ਘੋੜਾ ਦੇ ਦੇਵੇ। ਚੰਗਾ ਭਲਾ ਗੁਰੂ ਦੀਆਂ ਰਹਿਮਤਾਂ ਕੁਛ ਹੋਰ ਮਿਲਣ ਵਾਲੀਆਂ ਸਨ। ਗੁਰੂ ਉਸ ਨੂੰ ਹਮੇਸ਼ਾ ਲਈ ਆਪਣੇ ਵਿੱਚ ਮਿਲਾ ਲੈਣਾ ਚਾਹੁੰਦਾ ਸੀ। ਹਮੇਸ਼ਾ ਲਈ ਗੁਰੂ ਉਹਦੇ ਨਾਲ ਇੱਕਮਿਕ ਹੋ ਜਾਣਾ ਚਾਹੁੰਦਾ ਸੀ, ਪਰ ਵਾਸਨਾ ਹਾਵੀ ਹੋ ਗਈ, ਲੋਭ ਹਾਵੀ ਹੋ ਗਿਆ। ਇਸ ਲਈ ਮਿਲਦਾ ਵੀ ਗੁਰੂ ਨਾਲੋਂ ਉਹ ਰਹਿ ਗਿਆ। ਇਸ ਲਈ ਵਾਸਨਾ ਤੁਹਾਨੂੰ ਆਖਰੀ ਸਟੈਪ ਤੋਂ ਖਿੱਚ ਲਿਆਉਂਦੀ ਹੈ। ਅਖੀਰ ਜੇ ਉਸ ਦਿਨ ਉਹਦੇ ਮਨ ਅੰਦਰ ਵਾਸਨਾ ਨਾ ਉੱਠਦੀ ਤਾਂ ਗੁਰੂ ਨੇ ਪਤਾ ਨਹੀਂ ਉਹਨੂੰ ਕੀ ਕੁਛ ਦੇ ਦੇਣਾ ਸੀ। ਪਰ ਉਹ ਘੋੜੇ ਤੱਕ ਹੀ ਸੀਮਤ ਰਹਿ ਗਿਆ। ਐਸਾ ਹੀ ਸਾਡੇ ਸਭ ਨਾਲ ਹੁੰਦਾ ਹੈ। ਸਾਡੇ ਮਨ ਅੰਦਰ ਵਾਸਨਾ ਉੱਠ ਖੜੋਂਦੀ ਹੈ, ਅਸੀਂ ਖਾਲੀ ਰਹਿ ਜਾਂਦੇ ਹਾਂ। ਦੇਖਣ ਸੋਚਣ ਨੂੰ ਲੱਗਦਾ ਹੈ ਕਿ ਮੇਰੀ ਇੱਛਾ ਪੂਰੀ ਹੋ ਗਈ, ਮੈਂ ਜੋ ਚਾਹੁੰਦਾ ਸੀ ਮੈਨੂੰ ਮਿਲ ਗਿਆ। ਪਰ ਖਿਆਲ ਰੱਖਣਾ ਕਿ ਅਸੀਂ ਜੋ ਚਾਹੁੰਦੇ ਸਾਂ ਉਹ ਕਿੰਨੀ ਕੁ ਵੱਡੀ ਚੀਜ਼ ਸੀ। ਕਿਤੇ ਕਿੰਨੀ ਕੁ ਵੱਡੀ, 2, 4, 5 ਲੱਖ 10 ਲੱਖ ਦੀ ਚੀਜ਼ ਬਹੁਤੀ ਅਹਿਮੀਅਤ ਨਹੀਂ ਹੈ। ਗੁਰੂ ਜੋ ਦੇਣਾ ਚਾਹੁੰਦਾ ਸੀ ਉਸ ਤੋਂ ਖਾਲੀ ਰਹਿ ਗਏ।
ਇਸ ਲਈ ਵਾਸਨਾ ਸਾਨੂੰ ਗੁਰੂ ਨਾਲ ਜੁੜਨ ਨਹੀਂ ਦਿੰਦੀ। ਸਤਿਗੁਰੂ ਕਹਿੰਦੇ ਇਹਨਾਂ ਨੂੰ ਜਿੱਤਣਾ ਬੜਾ ਔਖਾ ਹੈ, ਇਹਨਾਂ ਵਾਸਨਾਵਾਂ ਨੂੰ, ਇਹਨਾਂ ਵਿਕਾਰਾਂ ਨੂੰ। ਇਸ ਲਈ ਬਹੁਤ ਸਾਰੇ ਲੋਕ ਧਰਮ ਦੀ ਸਾਧਨਾ ਕਰਦੇ ਕਰਦੇ ਵੀ, ਜਪ ਤਪ ਕਰਦੇ ਕਰਦੇ ਵੀ ਵਾਸਨਾ ਦੇ ਵਿੱਚ ਹੀ ਗਲਤਾਨ ਰਹਿੰਦੇ ਨੇ। ਕੋਈ ਲੋਭ ਤੋਂ ਮੁਕਤ ਹੋ ਜਾਏਗਾ, ਕੋਈ ਕ੍ਰੋਧ ਤੋਂ ਮੁਕਤ ਹੋ ਜਾਏਗਾ। ਕਾਮ ਦੀ ਵਾਸਨਾ ਸਭ ਤੋਂ ਮਜ਼ਬੂਤ ਹੈ, ਇਹ ਬੰਦੇ ਨੂੰ ਛੱਡਦੀ ਨਹੀਂ। ਐਸੀ ਇੱਕ ਮੈਂ ਗਾਥਾ ਸੁਣੀ ਹੈ ਕਿ ਇੱਕ ਸਾਧੂ ਦਾ ਡੇਰਾ ਹੈ, ਉਹ ਲੋਕਾਂ ਨੂੰ ਧਰਮ ਦਾ ਉਪਦੇਸ਼ ਦਿੰਦਾ ਹੈ। ਸਾਧੂ ਪੂਰਾ ਨਹੀਂ ਹੈ, ਹਾਲੇ ਉਹਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਵਾਸਨਾਵਾਂ ਨੇ, ਪਰ ਉਹਦੇ ਡੇਰੇ ਤੇ ਰੋਜ਼ ਪੂਜਾ ਪਾਠ ਹੁੰਦੇ। ਉਹਦੇ ਡੇਰੇ ਤੇ ਸਵੇਰੇ ਸ਼ਾਮ ਪਰਮਾਤਮਾ ਦੇ ਗੀਤ ਗਾਏ ਜਾਂਦੇ ਨੇ, ਲੋਕ ਆਉਂਦੇ ਨੇ ਉਹਦੇ ਡੇਰੇ ਤੇ, ਪਰ ਉਹਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਹੈ। ਉਹਦੇ ਡੇਰੇ ਤੋਂ ਥੋੜੀ ਹੀ ਦੂਰ ਹਟਮਾ ਜਿਹਾ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਧਰਮ ਸਥਾਨ ਹੁੰਦੇ ਨੇ, ਸਾਧੂਆਂ ਸੰਤਾਂ ਦੇ ਡੇਰੇ, ਉਹ ਵੀ ਪਿੰਡਾਂ ਸ਼ਹਿਰਾਂ ਤੋਂ ਥੋੜੇ ਵੱਖਰੇ ਹਟਵੇਂ ਹੁੰਦੇ ਨੇ। ਉੱਥੇ ਇੱਕ ਵੇਸ਼ਵਾਖਾਨਾ ਵੀ ਹੈ, ਉਹ ਵੀ ਥੋੜਾ ਹਟਮਾ, ਪਰ ਸਾਧੂ ਦੇ ਡੇਰੇ ਤੋਂ ਦਿਖਾਈ ਦਿੰਦਾ ਹੈ ਥੋੜਾ ਵੱਖਰਾ, ਥੋੜਾ ਦੂਰ ਹੈ। ਹੁਣ ਇਸ ਬੰਦੇ ਦੇ, ਇਸ ਸਾਧੂ ਦੇ ਮਨ ਅੰਦਰ ਵਿਚਾਰ ਉੱਠਦੇ ਨੇ। ਉਹ ਕੀ ਸੋਚਦਾ ਹੈ? ਉਹ ਸੋਚਦਾ ਹੈ ਕਿ ਅਸੀਂ ਇੱਥੇ ਪੂਜਾ ਪਾਠ ਕਰਨ ਵਿੱਚ ਉਲਝੇ ਹੋਏ ਹਾਂ। ਖਿਆਲ ਰੱਖਣਾ ਕਿ ਫੁਰਨਾ ਕਿਸੇ ਵੀ ਆਦਮੀ ਦੇ ਮਨ ਅੰਦਰ ਕਿਸੇ ਵੀ ਕਿਸਮ ਦਾ ਪੈਦਾ ਹੋ ਸਕਦਾ ਹੈ, ਚੰਗਾ ਵੀ ਤੇ ਮੰਦਾ ਵੀ, ਕਿਸੇ ਵੀ ਆਦਮੀ ਦੇ। ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਬੰਦੇ ਦੇ ਮਨ ਵਿੱਚ ਕੋਈ ਵਿਚਾਰ ਉੱਠਦਾ ਹੀ ਨਹੀਂ ਹੋਵੇਗਾ। ਹਰ ਬੰਦੇ ਦੇ ਮਨ ਅੰਦਰ, ਹਰ ਇਸਤਰੀ ਦੇ ਮਨ ਅੰਦਰ ਹਮੇਸ਼ਾ ਹੀ ਕੋਈ ਨਾ ਕੋਈ ਫੁਰਨਾ, ਕਦੇ ਮਾਇਆ ਦਾ, ਕਦੇ ਕਿਸੇ ਚੀਜ਼ ਦਾ, ਕਦੇ ਕਿਸੇ ਚੀਜ਼ ਦਾ ਉੱਠਦਾ ਹੀ ਰਹਿੰਦਾ ਹੈ। ਉਹਦੇ ਮਨ ਅੰਦਰ ਵੀ ਇੱਕ ਫੁਰਨਾ ਉੱਠਿਆ ਕਿ ਕਈ ਸਾਲਾਂ ਤੋਂ ਇੱਥੇ ਬੈਠੇ ਜਪ ਤਪ ਕਰ ਰਹੇ ਹਾਂ, ਪਰ ਹਾਸਲ ਕੀ ਹੋ ਰਿਹਾ? ਕੁਝ ਵੀ ਨਹੀਂ। ਪ੍ਰਾਪਤੀ ਕੀ ਹੋਈ? ਕੁਝ ਵੀ ਨਹੀਂ ਹੋਇਆ। ਦੂਸਰੇ ਪਾਸੇ ਲੋਕ ਸੰਸਾਰ ਵਿੱਚ ਉਲਝੇ ਹੋਏ ਨੇ, ਲੋਕ ਵੇਸ਼ਵਾ ਦੇ ਡੇਰੇ ਤੇ ਵੀ ਜਾਂਦੇ ਨੇ, ਲੋਕ ਧਰਮ ਸਥਾਨਾਂ ਤੇ ਵੀ ਜਾਂਦੇ ਨੇ, ਲੋਕ ਦੋਨੋਂ ਪਾਸਿਓਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਵੇਸ਼ਵਾ ਦੇ ਡੇਰੇ ਤੋਂ ਵੀ ਤੇ ਧਰਮ ਦੇ ਸਥਾਨ ਤੋਂ ਵੀ, ਤੇ ਅਸੀਂ ਇੱਥੇ ਬੈਠੇ ਕੁਝ ਵੀ ਹਾਸਲ ਨਹੀਂ ਕਰ ਪਾ ਰਹੇ। ਉਹਦੇ ਮਨ ਵਿੱਚ ਐਸੀਆਂ ਵਿਚਾਰਾਂ ਚੱਲ ਰਹੀਆਂ। ਕਹਿੰਦੇ ਨੇ ਕਿ ਉਹ ਸਾਧੂ ਮਰ ਗਿਆ ਤੇ ਉਸ ਵੇਸ਼ਵਾ ਦੇ ਡੇਰੇ ਵਿੱਚ ਰਹਿਣ ਵਾਲੀ ਵੇਸ਼ਵਾ ਵੀ ਮਰ ਗਈ, ਥੋੜੇ ਥੋੜੇ ਸਮੇਂ ਦੇ ਅੰਤਰਾਲ ਨਾਲ। ਦੋਨਾਂ ਦੀ ਮੌਤ ਹੋ ਗਈ। ਜਦੋਂ ਉਹਨਾਂ ਦੀ ਮੌਤ ਹੋਈ ਤਾਂ ਉਹਨਾਂ ਨੂੰ ਜਮਲੋਕ ਵਿੱਚ ਲਿਜਾਇਆ ਗਿਆ। ਜਦੋਂ ਜਮਲੋਕ ਲਿਜਾਇਆ ਗਿਆ ਤਾਂ ਜਿਹੜੇ ਚਿੱਤਰਗੁਪਤ ਸਨ, ਹਿਸਾਬ ਕਿਤਾਬ ਕਰਨ ਵਾਲੇ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਧੂ ਹੈ ਨਾ, ਇਹਨੂੰ ਨਰਕ ਵਿੱਚ ਲੈ ਕੇ ਜਾਓ, ਇਹਨੂੰ ਨਰਕ ਲੈ ਕੇ ਜਾਓ। ਉਹ ਬੜਾ ਹੈਰਾਨ ਹੋਇਆ ਕਿ ਇਸ ਬੰਦੇ ਨੂੰ ਨਰਕ। ਉਹਦੇ ਨਾਲ ਦੇ ਜਿਹੜੇ ਉਹਨੂੰ ਲੈ ਕੇ ਆਏ ਸਨ, ਜਿਹੜੇ ਦੂਤ ਸਨ, ਉਹ ਵੀ ਹੈਰਾਨ ਹੋਏ ਕਿ ਇਹ ਤਾਂ ਲੋਕਾਂ ਨੂੰ ਰੱਬ ਦਾ ਉਪਦੇਸ਼ ਦਿੰਦਾ ਰਿਹਾ, ਇਹ ਤਾਂ ਲੋਕਾਂ ਨੂੰ ਭਗਤੀ ਕਰਨ ਦੀ ਮੱਤ ਦਿੰਦਾ ਰਿਹਾ ਕਿ ਰੱਬ ਦਾ ਨਾਮ ਜਪੋ, ਸਿਮਰਨ ਕਰੋ। ਕੁਝ ਸਮੇਂ ਬਾਅਦ ਉਹ ਜਿਹੜੀ ਵੇਸ਼ਵਾ ਸੀ, ਉਸ ਨੂੰ ਵੀ ਉੱਥੇ ਲਿਆਂਦਾ ਗਿਆ ਤੇ ਉਹਦੇ ਸੰਬੰਧ ਵਿੱਚ ਆਖ ਦਿੱਤਾ ਗਿਆ ਕਿ ਇਸ ਨੂੰ ਸਵਰਗ ਪਹੁੰਚਾਇਆ ਜਾਵੇ। ਹੁਣ ਇਹ ਗੱਲ ਤਾਂ ਬਰਦਾਸ਼ਤ ਤੋਂ ਬਾਹਰ। ਹੁਣ ਉਹ ਜਿਹੜਾ ਵਿਚਾਰਾ ਦੂਤ ਸੀ, ਉਹ ਨਵਾਂ ਭਰਤੀ ਹੋਇਆ ਹੋਣਾ, ਉਸਨੇ ਕਿਹਾ ਜੀ ਮੈਨੂੰ ਲੱਗਦਾ ਤੁਹਾਨੂੰ ਭੁਲੇਖਾ ਲੱਗਦਾ ਹੈ, ਉਹ ਜਿਹੜੀ ਇਸਤਰੀ ਹੈ ਉਹਨੂੰ ਨਰਕ ਜਾਣਾ ਚਾਹੀਦਾ, ਇਹ ਜਿਹੜਾ ਸਾਧੂ ਹੈ ਇਹਨੂੰ ਸਵਰਗ ਜਾਣਾ ਚਾਹੀਦਾ। ਕਿਉਂਕਿ ਇਹਨਾਂ ਦੇ ਕੰਮ ਦੇਖੋ ਤਾਂ ਇਹਨਾਂ ਦੇ ਕੰਮ ਦੇ ਅਕੋਰਡਿੰਗ ਇਹਨਾਂ ਨੂੰ ਸਹੀ ਸਜ਼ਾ ਨਹੀਂ ਦਿੱਤੀ ਜਾ ਰਹੀ, ਜਾਂ ਸਹੀ ਉਹਦਾ ਫਲ ਨਹੀਂ ਦਿੱਤਾ ਜਾ ਰਿਹਾ।
ਤਾਂ ਦੁਬਾਰਾ ਤੋਂ ਫਿਰ ਹਿਸਾਬ ਕਿਤਾਬ ਲਾਇਆ ਗਿਆ, ਤਾਂ ਫਿਰ ਕਿਹਾ ਗਿਆ ਕਿ ਨਹੀਂ ਭਾਈ, ਸਾਧੂ ਨੂੰ ਨਰਕ ਹੀ ਜਾਣਾ ਹੈ ਤੇ ਇਸ ਔਰਤ ਨੂੰ ਸਵਰਗ ਭੇਜਿਆ ਜਾਵੇ। ਉਹਨਾਂ ਨੇ ਕਿਹਾ ਐਸਾ ਕਿਉਂ, ਇਹ ਤਾਂ ਨਾ ਇਨਸਾਫੀ ਹੈ। ਉਸ ਲੇਖਾ ਜੋਖਾ ਕਰਨ ਵਾਲੇ ਨੇ ਆਖਿਆ ਕਿ ਨਾ ਇਨਸਾਫੀ ਕੋਈ ਨਹੀਂ, ਇਹ ਬੰਦੇ ਦੀ ਮਨੋਵਿਰਤੀ ਹੈ। ਜ਼ਰੂਰੀ ਨਹੀਂ ਹੈ ਕਿ ਜਿਹੜਾ ਆਦਮੀ ਜਿਹੜਾ ਕੰਮ ਕਰ ਰਿਹਾ ਹੈ ਉਹਦੀ ਸੁਰਤੀ ਬਿਰਤੀ ਵੀ ਉਸ ਕੰਮ ਵਿੱਚ ਲੱਗੀ ਹੋਵੇਗੀ। ਇਹ ਸਾਧੂ ਜਦੋਂ ਵੀ ਆਪਣੇ ਡੇਰੇ ਵਿੱਚ ਬੈਠਦਾ ਹੈ, ਆਪਣੇ ਕਮਰੇ ਵਿੱਚ ਆਰਾਮ ਕਰਦਾ ਸੀ, ਤਾਂ ਇਹਦੇ ਮਨ ਅੰਦਰ ਇਹੀ ਵਾਸ਼ਨਾ ਚੱਲਦੀ ਸੀ ਕਿ ਦੂਸਰੇ ਲੋਕ ਨਜ਼ਾਰੇ ਲੈ ਰਹੇ ਨੇ, ਦੂਸਰੇ ਲੋਕ ਸੁੱਖ ਭੋਗ ਰਹੇ ਨੇ, ਅਸੀਂ ਇੱਥੇ ਬੈਠੇ ਖਾਲੀ ਕੁਛ ਵੀ ਨਹੀਂ। ਇਹਨੂੰ ਜਦੋਂ ਵੇਸ਼ਵਾ ਦੇ ਡੇਰੇ ਵਿੱਚੋਂ ਨੱਚਣ ਦੀਆਂ, ਸੰਗੀਤ ਦੀਆਂ ਆਵਾਜ਼ਾਂ ਆਉਂਦੀਆਂ ਤਾਂ ਇਹਦੇ ਮਨ ਅੰਦਰ ਵਾਸਨਾ ਉੱਠਦੀ। ਇਸ ਕਰਕੇ ਇਹ ਨਰਕ ਦਾ ਭਾਗੀ ਬਣਿਆ। ਪੂਜਾ ਪਾਠ ਕਰਦਿਆਂ ਹੋਇਆਂ ਵੀ ਇਹ ਨਰਕ ਜਾ ਰਿਹਾ ਹੈ। ਦੂਸਰੇ ਪਾਸੇ ਉਹ ਵੇਸ਼ਵਾ ਜਿਹਨੂੰ ਗਲਤ ਔਰਤ ਕਿਹਾ ਜਾ ਰਿਹਾ, ਉਹ ਜਦੋਂ ਵੀ ਸਵੇਰੇ ਸ਼ਾਮ ਇਹਦੇ ਡੇਰੇ ਵਿੱਚੋਂ ਆਉਂਦੀਆਂ ਪਰਮਾਤਮਾ ਦੇ ਭਜਨ ਬੰਦਗੀ ਦੀਆਂ ਆਵਾਜ਼ਾਂ ਸੁਣਦੀ ਤਾਂ ਉਹਦੇ ਮਨ ਅੰਦਰ ਇਹੀ ਖਿਆਲ ਆਉਂਦਾ ਕਿ ਕਾਸ਼ ਕਿਤੇ ਮੈਂ ਵੀ ਉੱਥੇ ਜਾ ਕੇ ਰੱਬ ਦਾ ਨਾਮ ਲੈ ਪਾਉਂਦੀ। ਮੈਨੂੰ ਇਹ ਸਮਾਜ ਜਾਣ ਨਹੀਂ ਦਿੰਦਾ, ਇਹ ਸਮਾਜ ਦੇ ਬੰਧਨ, ਇਹ ਸਮਾਜ ਦੀਆਂ ਰੀਤੀਆਂ, ਇਹ ਮੈਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੰਦੀਆਂ, ਮੈਂ ਰੱਬ ਦਾ ਨਾਮ ਨਹੀਂ ਲੈ ਸਕਦੀ। ਇਸ ਲਈ ਉਹ ਪਰਮੇਸ਼ਰ ਦਾ ਨਾਮ ਇਸੇ ਤਰ੍ਹਾਂ ਲੈਂਦੀ ਰਹੀ। ਉਹ ਉਸ ਕਾਰਜ ਨੂੰ ਕਰਦਿਆਂ ਹੋਇਆਂ ਵੀ ਸਵਰਗ ਪਹੁੰਚ ਗਈ ਤੇ ਇਹ ਧਰਮ ਕਰਮ ਕਰਦਿਆਂ ਹੋਇਆਂ ਵੀ ਨਰਕ ਜਾ ਰਿਹਾ ਹੈ। ਇਸ ਲਈ ਬੰਦੇ ਦੀ ਵਾਸਨਾ ਉਹ ਉਹਨੂੰ ਲੈ ਡੁੱਬਦੀ ਹੈ। ਇਸ ਵਾਸਨਾ ਨੂੰ ਜਿੱਤਣਾ ਬੜਾ ਔਖਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ। ਜਿਨੇ ਪੰਜਾਂ ਵਿਕਾਰਾਂ ਨੂੰ ਮਾਰ ਲਿਆ ਐਸਾ ਕੌਣ ਸੂਰਮਾ ਹੈ। ਐਸਾ ਕਿਹੜਾ ਸੂਰਮਾ ਜਿਨੇ ਇਹਨਾਂ ਵਾਸਨਾਵਾਂ ਨੂੰ ਮਾਰ ਲਿਆ, ਇਹਨਾਂ ਵਾਸਨਾਵਾਂ ਨੂੰ ਖਤਮ ਕਰ ਲਿਆ। ਸੂਰਮਾ ਉਹੀ ਹੈ ਜਿਹੜਾ ਪੰਜਾਂ ਨੂੰ ਮਾਰ ਲੈਂਦਾ ਹੈ। ਸਤਿਗੁਰੂ ਨੇ ਬਾਣੀ ਅੰਦਰ ਸਮਝਾਇਆ ਨਾ ਕਿ ਸੋ ਸੂਰਾ ਬਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਸਤਿਗੁਰੂ ਕਹਿੰਦੇ ਜਿਹਨੇ ਆਤਮ ਨੂੰ ਜਿੱਤ ਲਿਆ, ਆਤਮ ਜਿਹੜਾ ਸਗਲ ਵਸ ਤਾਕ ਹੈ, ਜਿਹਦੇ ਆਤਮ ਨੂੰ ਵਸ ਕਰ ਲਿਆ, ਆਤਮ ਨੂੰ ਜਿੱਤ ਲਿਆ, ਖੁਦ ਨੂੰ, ਜਿਹਨੇ ਮਨ ਨੂੰ ਜਿੱਤ ਲਿਆ, ਉਹੀ ਸਫਲ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕੱਲੀ ਰੇ। ਜਿਹਨੇ ਇਹਨਾਂ ਪੰਜਾਂ ਨੂੰ ਮਾਰ ਕੇ ਬਿਦਾਰ ਦਿੱਤਾ, ਦੂਰ ਕਰ ਦਿੱਤਾ, ਨਾਸ਼ ਕਰ ਦਿੱਤਾ ਇਹਨਾਂ ਨੂੰ, ਉਹ ਇਹਨਾਂ ਵਾਸਨਾਵਾਂ ਦੇ ਅਧੀਨ ਹੁਣ ਆਉਂਦਾ ਹੀ ਨਹੀਂ। ਉਹਦੇ ਮਨ ਅੰਦਰ ਵਾਸਨਾ ਉੱਠਦੀ ਨਹੀਂ, ਨਾ ਰੂਪ ਦੇਖ ਕੇ, ਨਾ ਦੂਸਰੇ ਦੀ ਦੌਲਤ ਸ਼ੌਹਰਤ ਦੇਖ ਕੇ, ਦੂਸਰੇ ਦੀ ਮਾਣ ਵਡਿਆਈ ਦੇਖ ਕੇ ਉਹਦੇ ਮਨ ਅੰਦਰ ਸਤਿਗੁਰੂ ਕਹਿੰਦੇ ਵਾਸਨਾ ਉੱਠਦੀ ਨਹੀਂ। ਜਿਨ ਪੰਚ ਮਾਰ ਵਿਦਾਰ ਗੁਦਾਰੇ ਸੋ ਪੂਰਾ। ਸਤਿਗੁਰੂ ਕਹਿੰਦੇ ਉਹੀ ਬੰਦਾ ਪੂਰਾ ਹੈ, ਉਸੇ ਨੂੰ ਪੂਰਨ ਕਹਿੰਦੇ ਨੇ। ਪੂਰਨ ਆਦਮੀ ਉਹ ਨਹੀਂ ਹੈ ਜਿਸ ਨੇ ਸਭ ਚੀਜ਼ਾਂ ਹਾਸਲ ਕਰ ਲਈਆਂ। ਲੋਕ ਆਖਦੇ ਨੇ ਕਿ ਜਿਹਨੇ ਸਭ ਕੁਝ ਹਾਸਲ ਕਰ ਲਿਆ, ਘਰ-ਬਾਰ, ਜ਼ਮੀਨ ਜਾਇਦਾਦ, ਪੈਸਾ, ਦੌਲਤ, ਸ਼ੌਹਰਤ, ਮਾਣ ਵਡਿਆਈ, ਉਹ ਆਦਮੀ ਪੂਰਾ। ਉਹ ਆਦਮੀ ਪੂਰਾ ਨਹੀਂ ਹੈ। ਸਤਿਗੁਰੂ ਕਹਿੰਦੇ ਪੂਰਾ ਉਹ ਹੈ ਜਿਸ ਨੇ ਆਪਣੇ ਅੰਦਰੋਂ ਵਾਸਨਾਵਾਂ ਨੂੰ ਮਾਰ ਲਿਆ ਹੈ, ਜਿਹਨੇ ਕਾਮ ਕ੍ਰੋਧ ਨੂੰ ਦੂਰ ਕਰ ਦਿੱਤਾ ਆਪਣੇ ਅੰਦਰੋਂ, ਉਹ ਆਦਮੀ ਪੂਰਾ ਹੋ ਗਿਆ। ਉਹੀ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋਇਆ। ਸੋ ਪੂਰਾ ਇਹ ਕੱਲੀ ਰੇ। ਸਤਿਗੁਰੂ ਕਹਿੰਦੇ ਇਹ ਮਾਇਆ ਕੱਲੀ ਰਹਿ ਗਈ, ਇਹ ਕੱਲੀ ਰਹਿ ਗਈ, ਇਹਦਾ ਫਿਰ ਉਹਦੇ ਉੱਤੇ ਜ਼ੋਰ ਨਹੀਂ ਚੱਲਦਾ। ਜਿਹੜਾ ਮਾਇਆ ਵਿੱਚ ਹੀ ਉਲਝਿਆ ਰਹਿੰਦਾ ਹੈ, ਸੰਸਾਰ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ, ਉਹ ਵਾਸਨਾ ਤੋਂ ਕਦੇ ਮੁਕਤ ਨਹੀਂ ਹੋ ਪਾਉਂਦਾ। ਇਸ ਲਈ ਸਤਿਗੁਰੂ ਕਹਿੰਦੇ ਚਾਰ ਵਰਨ 14 ਕੇ ਮਰਦ, 14 ਕੇ ਮਰਦਨ। ਚਾਰ ਵਰਨ ਬ੍ਰਾਹਮਣ, ਛਤਰੀ, ਵੈਸ਼, ਸ਼ੂਦਰ। ਸਤਿਗੁਰੂ ਕਹਿੰਦੇ 14 ਵਰਨਾਂ ਵਿੱਚੋਂ ਕੋਈ ਵੀ ਨਹੀਂ ਇਹਨਾਂ ਵਿਕਾਰਾਂ ਤੋਂ ਬਚ ਸਕਿਆ, ਇਹਨਾਂ ਪੰਜਾਂ ਤੋਂ।
चार वर्ण जिन्ने धर्म ने, कौन बचिया उन्हां धर्मां नूं मन्नण वालियां विचों? कोई कोई आदमी, कोई विरला, कोई। इसलिए सतगुरु कहते वासना का संबंध इस गल नाल नहीं है कि कोई बंदा बहुत उच्चा है तो कोई बंदा बहुत नीवा है। हर बंदे दे अंदर वासना उन्नी ही है, क्रोध उन्ना ही है। हाँ, चीज़ों की घट वध हो सकदियां ने। अमीर कोल चीज़ां ज़्यादियां ते गरीब कोल चीज़ां घट, उहदे कोल सुख सहूलतां ज़्यादियां ने, गरीब कोल सुख सहूलतां घट ने। पर क्रोध के मामले में इक्को जिहे ही ने सब। कोई आदमी क्रोध नूं उपरों उपरों दब लैंदा है, बाहरों प्रगट नहीं होण दिंदा। ज़्यादातर अमीर आदमी दिखावे मात्र वो इस तरह करते हैं कि जिवें उन्होंने क्रोध ना आया होवे, पर अंदरों उन्होंने जो हालत होंदी है वो बयान तो परे है। गरीब आदमी अपने क्रोध नूं दबाउंदा नहीं, वो उसनूं प्रगट कर दिंदा है, उसनूं प्रगट करदा। ते अमीर आदमी वो डरदा दुनिया तो कि लोग की कहणगे, इसलिए लोगों के चक्कर में वो अपने क्रोध नूं दबा लैंदा है। ਉਹਦੇ ਉੱਤੇ झूठा जिहा पर्दा पा लैंदा है कि मैनूं ते क्रोध आया नहीं, कोई गल नहीं, छड्डो, इस तरह कह के चला जाता है। पर अपने मन में वैर रखता है तो उस बंदे का जद तक नुकसान नहीं कर लैंदा उदों तक टिके नहीं बंदा। उन्होंने नौकरी तो कढ़ देगा जां कढ़वा देगा, इस तरह की कोई ना कोई हरकत करेगा, अपना गुस्सा जरूर जाहिर करेगा, भावें किसी होर रूप में करे। इस करके सतगुरु कहते इस वासना तो कोई नहीं बच सकिया, ना ब्राह्मण ना क्षत्रिय मतलब सूरमा, जिहड़ा अपने आप को सूरमा कहता है, वैश्य जिहड़ा कार विहार करने वाला, व्यापार करने वाला, शूद्र आदमी जिहड़ा नीवे जात वाला, छोटे मोटे काम करने वाला। सतगुरु कहते सब इस वासना दे विच फसे हुए हैं। इस वासना ने चौहां के मर्दन सारियां नूं मर्द दिता है, सारियां नूं कुचल के रख दिता इस वासना ने। चार वर्ण चौहां के मर्दन खट दर्शन कर तलीरे। खट दर्शन छे शास्त्रां नूं मनण वाले, छे शास्त्रां नूं मनण वाले जोगी, सन्यासी, तपस्वी। सतगुरु कहंदे ये भी जिन्ने वासनावां दे ख्याल तपस्वियां साधुआं नूं आउंदे ने, उन्ने आम बंदिआं नूं नहीं आउंदे। इसलिए सतगुरु समझाउंदे, सतगुरु कहंदे भाई इस वासना ने इन्हां सारिआं नूं खत्म कर दिता। सुंदर सुगर स्वरूप सियाणे, अपने आप नूं सोहणे कहण वाले कि मेरे वर्गा तां सोहणा कोई नहीं, सतगुरु कहंदे वो भी वासना विच फसिया। अपने आप नूं कहण वाला बहुत सुगड़ आदमी कि बड़ा विचारशील, कि हर कदम सोच के विचार के पुटदा है। बड़े लोग ने इत्थे विचारवान, 100 बारी सोचणगे किसी काम नूं करन लग्गिआं, हर चीज़ तो हर पक्ष तो देख लैणगे कि इंज करांगे तो आ हो सकदा है, इंज करांगे तो वो हो सकदा है। वो कई पक्षां तो विचार लैंदे ने। जिवें शतरंज खेडण वाला अपनी एक चाल चल के दूसरे बंदे दियां अगलियां कई चालां सोच लैंदा है कि मैं आ चलांगा तो वो ये चाल चलेगा, मैं ये चलांगा तो वो ये चाल चलेगा, मैं ये चलांगा तो ये चलेगा। असी लोग अपने आप को विचारवान कहने, असी इसे तरह बहुत सारिया चीज़ां सोच लैंदे आ, जिवें ये काम कीता तो आ हो सकता है, जां ये हो सकता है, जां आ हो सकता है, असी पहले सोच लैंदे। सतगुरु कहंदे बड़े बड़े सुगड़ भी इस माया दे अगे विचार नहीं पाते। ये माया बड़े बड़े सियाणियां दियां भी इस तरह गोडनियां लवा दिंदी है। सुंदर सुगर स्वरूप सियाणे, बड़े सोहने स्वरूप वाले, बड़े सियाणे मत करके सियाणे अते शरीर करके भी सियाणे। ख्याल रखना कि वासना बंदे दे शरीर दे बुढ़े होण तो भी खत्म नहीं हुंदी। हाँ, शरीर कमज़ोर हो जाता है पर वासना उमें ही रहिंदी है, क्रोध उमें ही रहिंदा है।
ਤੁਸੀਂ ਬਹੁਤ ਦਫਾ ਕਿਹਾ ਹੋਵੇਗਾ, ਸੁਣਿਆ ਹੋਵੇਗਾ ਕਿ ਬਾਪੂ ਮੰਜੇ ਤੇ ਪਿਆ ਪਰ ਖਿੱਚਦਾ ਰਹਿੰਦਾ। ਕ੍ਰੋਧ ਉਵੇਂ ਹੀ ਹੈ, ਲੋਭ ਉਵੇਂ ਹੀ ਹੈ। ਬੇਸ਼ੱਕ ਹੁਣ ਬਿਸਤਰ ਤੇ ਪਿਆ ਵੀ ਕਰ ਕੁਛ ਨਹੀਂ ਸਕਦਾ, ਪਰ ਲੋਭ ਉਵੇਂ ਹੈ। 2-2 3-3 ਬੰਦੇ ਫੜ ਕੇ ਲੈ ਕੇ ਜਾਂਦੇ ਨੇ, ਪਰ ਮਾਇਆ ਨਹੀਂ ਛੱਡਣੀ ਚਾਹੁੰਦਾ, ਕੁਰਸੀ ਨਹੀਂ ਛੱਡਣੀ ਚਾਹੁੰਦਾ। 95 ਸਾਲਾਂ ਦਾ 100 ਸਾਲਾਂ ਦਾ ਹੋ ਗਿਆ, ਪਰ ਅਹੁਦਾ ਨਹੀਂ ਛੱਡਣਾ ਚਾਹੁੰਦਾ। ਸਤਿਗੁਰੂ ਕਹਿੰਦੇ ਐਸੀ ਹਾਲਤ ਬੰਦੇ ਦੀ। ਇਸ ਲਈ ਸਿਆਣੇ, ਸੂਝਵਾਨ, ਸੋਝੀ ਵਾਲੇ, ਅਕਲਮੰਦ ਲੋਕ, ਸਤਿਗੁਰੂ ਕਹਿੰਦੇ ਸਭ ਇਸ ਮਾਇਆ ਨੇ ਠੱਗ ਲੈ। ਪੰਚੋਂ ਹੀ ਮੋਹ ਛਲੀਰੇ, ਸਭ ਨੂੰ ਮੋਹ ਲਿਆ ਮਾਇਆ ਨੇ। ਕੀ ਬੱਚਾ, ਕੀ ਜਵਾਨ, ਕੀ ਬੁੱਢਾ, ਕੀ ਇਸਤਰੀ, ਕੀ ਪੁਰਸ਼, ਕੌਣ ਬਚਿਆ ਇਸ ਮਾਇਆ ਤੋਂ? ਤੁਸੀਂ ਦੇਖਦੇ ਹੋ ਕਿ ਜਿਨ੍ਹਾਂ ਨੂੰ ਲੋਕ ਸਾਧੂ ਕਹਿੰਦੇ ਸਨ, ਉਹਨਾਂ ਦੇ ਡੇਰਿਆਂ ਵਿੱਚ ਹੀ ਗਲਤ ਕੰਮ ਹੁੰਦੇ ਦੇਖੇ ਗਏ। ਆਰਾਮ ਰਹੀਮ ਵਰਗੇ, ਆਸਾ ਰਾਮ ਵਰਗੇ ਸਾਡੇ ਸਾਹਮਣੇ ਨੇ ਉਦਾਹਰਨਾਂ। ਇਸ ਕਰਕੇ ਸਤਿਗੁਰੂ ਕਹਿੰਦੇ ਇਸ ਵਾਸਨਾ ਤੋਂ ਕੋਈ ਨਹੀਂ ਬਚਿਆ, ਸਭ ਛਲ ਲੈ ਇਸ ਮਾਇਆ ਨੇ, ਮੋਹ ਲੈ। ਮਾਇਆ ਬਹੁਤ ਰੂਪਾਂ ਵਿੱਚ, ਬਹੁਤ ਢੰਗਾਂ ਨਾਲ ਮੋਹ ਲੈਂਦੀ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਜਿਹਨੇ ਪੰਜਾਂ ਵਿਕਾਰਾਂ ਨੂੰ ਮਾਰ ਲਿਆ, ਐਸਾ ਕੌਣ ਬਲੀ, ਕੌਣ ਸੂਰਮਾ ਹੈ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਕੱਲੀ ਰੇ। ਜਿਹਨੇ ਪੰਜਾਂ ਨੂੰ ਮਾਰ ਕੇ ਸੁੱਟ ਦਿੱਤਾ, ਉਹ ਪੂਰਾ ਹੈ, ਤੇ ਇਹ ਮਾਇਆ ਉਹਦੇ ਸਾਹਮਣੇ ਕੁਛ ਵੀ ਨਹੀਂ ਹੈ। ਰਹਾਓ ਵੱਡੀ ਕੌਮ ਵਸ ਭਾਗੈ ਨਾਹੀਂ। ਸਤਿਗੁਰੂ ਕਹਿੰਦੇ ਵਿਕਾਰਾਂ ਦੀ ਜਿਹੜੀ ਨਾ ਕੌਮ ਹੈ, ਉਹ ਬੜੀ ਵੱਡੀ ਹੈ, ਬੜੀ ਵੱਡੀ ਕੌਮ ਹੈ। ਪੰਜ ਤਾਂ ਸਿਰਫ ਕਹਿਣ ਮਾਤਰ ਨੇ, ਪਰ ਇਹਨਾਂ ਦੇ ਪਿੱਛੇ ਹੋਰ ਵੀ ਬਹੁਤ ਨੇ। ਆਸਾ, ਤ੍ਰਿਸ਼ਨਾ, ਈਰਸ਼ਾ, ਨਿੰਦਾ, ਉਸਤਤ, ਮਾਨ, ਅਪਮਾਨ, ਬੜਾ ਕੁਛ ਜੁੜਿਆ ਹੋਇਆ ਇਹਨਾਂ ਦੇ ਮਗਰ। ਇਹਨਾਂ ਦੀ ਬੜੀ ਤਕੜੀ ਫੌਜ ਹੈ। ਸਤਿਗੁਰੂ ਕਹਿੰਦੇ ਵੱਡੀ ਕੌਮ ਵਸ ਭਾਗੈ ਨਾਹੀਂ। ਜਿਹੜਾ ਇਹਨਾਂ ਵਿਕਾਰਾਂ ਦੇ ਵਸ ਪੈ ਜਾਂਦਾ, ਉਹ ਭੱਜ ਨਹੀਂ ਸਕਦਾ, ਉਹ ਭੱਜ ਨਹੀਂ ਸਕਦਾ। ਸਤਿਗੁਰੂ ਨੇ ਬਾਣੀ ਅੰਦਰ ਕਿਹਾ, ਸਤਿਗੁਰੂ ਕਹਿੰਦੇ ਲੋਕ ਇਹਨਾਂ ਵਿਕਾਰਾਂ ਤੋਂ ਡਰਦੇ ਹੋਏ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ। ਜੰਗਲਾਂ ਵਿੱਚ ਦੇਸ਼ ਛੋੜ ਪਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲਿਆਇਆ। ਘਰ ਛੱਡ ਕੇ ਬੰਦਾ ਚਲ ਗਿਆ ਜੰਗਲ ਵਿੱਚ, ਪਰ ਸਤਿਗੁਰੂ ਕਹਿੰਦੇ ਵਿਕਾਰਾਂ ਨੂੰ ਤਾਂ ਨਾਲ ਹੀ ਲੈ ਆਇਆ। ਕਾਮ ਕ੍ਰੋਧ ਤਾਂ ਨਾਲ ਹੀ ਨੇ, ਲੋਭ ਮੋਹ ਤਾਂ ਨਾਲ ਹੀ ਨੇ। ਕਬੀਰ ਸਾਹਿਬ ਕਹਿੰਦੇ ਮਾਇਆ ਤਜੀ ਤਾਂ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਮਾਇਆ ਤਾਂ ਛੱਡ ਦਿੱਤੀ, ਪਰ ਮਾਨ ਨਹੀਂ ਗਿਆ, ਉਹ ਤਾਂ ਨਾਲ ਹੀ ਹੈ। ਜਿਹਦਾ ਤਿਆਗ ਕਰਨਾ ਸੀ, ਉਹ ਨਹੀਂ ਤਿਆਗਿਆ। ਇਸ ਲਈ ਇਹਨਾਂ ਤੋਂ ਭੱਜ ਕੇ ਕਿੱਥੇ ਜਾ ਸਕਦੇ ਹਾਂ ਅਸੀਂ? ਮਾਇਆ ਤੋਂ, ਵਾਸਨਾ ਤੋਂ, ਵਿਕਾਰਾਂ ਤੋਂ। ਬੰਦਾ ਸੰਸਾਰ ਤੋਂ ਕਿਤੇ ਵੀ ਦੂਰ ਨਹੀਂ ਜਾ ਸਕਦਾ, ਕਿਤੇ ਵੀ, ਕਿਉਂਕਿ ਜੋ ਕੁਛ ਵੀ ਹੈ ਇਹ ਸੰਸਾਰ ਹੈ। ਜੰਗਲ ਵੀ ਚਲੇ ਜਾਵਾਂਗੇ, ਜੰਗਲ ਵੀ ਸੰਸਾਰ ਹੈ। ਸੰਸਾਰ ਤੋਂ ਭੱਜ ਨਹੀਂ ਸਕਦੇ। ਹਾਂ, ਬਾਹਰ ਦੇ ਸੰਸਾਰ ਤੋਂ ਦੂਰ ਚਲੇ ਜਾਵਾਂਗੇ, ਸ਼ਹਿਰਾਂ ਤੋਂ, ਪਿੰਡਾਂ ਤੋਂ ਦੂਰ ਚਲੇ ਗਏ, ਕਿਸੇ ਪਹਾੜ ਵਿੱਚ ਜਾ ਲੁਕੇ, ਕਿਸੇ ਪਹਾੜ ਦੀ ਗੁਫਾ ਵਿੱਚ, ਪਰ ਮਨ ਵਿੱਚ ਜੋ ਸੰਸਾਰ ਚੱਲ ਰਿਹਾ, ਉਹ ਉਸ ਸੰਸਾਰ ਤੋਂ ਕਿਵੇਂ ਭੱਜਾਂਗੇ? ਉਹਦੇ ਤੋਂ ਨਹੀਂ ਭੱਜ ਪਾਉਂਦੇ ਅਸੀਂ। ਇਸ ਲਈ ਸਤਿਗੁਰੂ ਕਹਿੰਦੇ ਨੇ, ਸਤਿਗੁਰੂ ਕਹਿੰਦੇ ਬੰਦਾ ਭੱਜ ਨਹੀਂ ਸਕਦਾ ਇਹਨਾਂ ਵਿਕਾਰਾਂ ਤੋਂ। ਵੱਡੀ ਕੌਮ ਵਸ ਭਾਗੈ ਨਾਹੀਂ, ਮੋਹਕਮ ਫੌਜ ਹਠੱਲੀ ਰੇ। ਇਹਨਾਂ ਦੀ ਫੌਜ ਬੜੀ ਮੋਹਕਮ, ਮੋਹਕਮ ਹੁੰਦਾ ਦ੍ਰਿੜ, ਕਿ ਬੜੀ ਪੱਕੀ, ਕਿ ਇੱਕ ਵਾਰੀ ਜਿੱਥੇ ਇਹ ਵਿਕਾਰ ਅੜ ਜਾਂਦੇ ਨੇ, ਹਟਦੇ ਨਹੀਂ। ਦ੍ਰਿੜ ਨੇ ਐਸਾ, ਬੜੀ ਹੱਠ ਵਾਲੀ ਫੌਜ, ਹਠੀ, ਬੜੀ ਹਠੀ ਫੌਜ ਹੈ ਇਹਨਾਂ ਦੀ। ਇਸ ਲਈ ਇਹ ਸਾਨੂੰ ਇਸ ਤਰ੍ਹਾਂ ਜਕੜ ਲੈਂਦੇ ਨੇ ਵਿਕਾਰ, ਅਸੀਂ ਕਿਧਰੇ ਪਾਸੇ ਨਹੀਂ ਨਿਕਲ ਪਾਉਂਦੇ। ਆਲੇ ਦੁਆਲੇ ਪੂਰੀ ਤਰ੍ਹਾਂ ਘੇਰ ਲਿਆ ਜਾਂਦਾ ਵਾਸਨਾਵਾਂ ਦੇ ਵੱਖ-ਵੱਖ ਰੂਪਾਂ ਰਾਹੀਂ। ਇਸ ਲਈ ਸਤਿਗੁਰੂ ਸਮਝਾਉਂਦੇ ਨੇ, ਸਤਿਗੁਰੂ ਕਹਿੰਦੇ ਇਹਨਾਂ ਤੋਂ ਬਚਣਾ, ਵਿਕਾਰਾਂ ਤੋਂ ਮੁਕਤ ਹੋਣਾ ਬੜਾ ਔਖਾ ਹੈ। ਕਹੋ ਨਾਨਕ ਤਿੰਨ ਜਨ ਨਿਰਦਲਿਆ। ਸਤਿਗੁਰੂ ਕਹਿੰਦੇ ਉਸ ਜਨ ਨੇ, ਉਸ ਸੇਵਕ ਨੇ ਇਹਨਾਂ ਪੰਜਾਂ ਵਿਕਾਰਾਂ ਨੂੰ ਦਲ ਦਿੱਤਾ, ਉਹਨੇ ਮਾਰ ਦਿੱਤਾ, ਇਹਨਾਂ ਨੂੰ ਖਤਮ ਕਰ ਲਿਆ। ਕਿਹਨੇ?
ਜਿਹੜਾ ਸਾਧ ਸੰਗਤ ਕੈ ਚੱਲੀ ਰਹੇ, ਜਿਹੜਾ ਗੁਰੂ ਦੀ ਸੰਗਤ ਵਿੱਚ ਜੁੜਿਆ, ਜਿਹਨੇ ਗੁਰੂ ਦਾ ਆਸਰਾ ਲਿਆ, ਉਸ ਰਾਹੀਂ, ਉਸ ਆਸਰੇ ਰਾਹੀਂ ਉਹ ਇਹਨਾਂ ਵਾਸਨਾਵਾਂ ਤੋਂ ਮੁਕਤ ਹੋ ਗਿਆ। ਉਸ ਆਸਰੇ ਰਾਹੀਂ ਉਹਦੇ ਉੱਤੇ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ ਕੋਈ ਅਸਰ ਨਹੀਂ ਹੋਇਆ। ਮਾਨ ਅਪਮਾਨ ਤੋਂ ਮੁਕਤ ਹੋ ਗਿਆ, ਈਰਸ਼ਾ ਨਿੰਦਾ ਤੋਂ ਮੁਕਤ ਹੋ ਗਿਆ, ਆਸਾ ਤ੍ਰਿਸ਼ਨਾ ਤੋਂ ਮੁਕਤ ਹੋ ਗਿਆ। ਸਿਰਫ ਗੁਰੂ ਦੀ ਸੰਗਤ ਦਾ ਸਦਕਾ। ਗੁਰੂ ਦੀ ਸੰਗਤ ਹੀ ਸਾਨੂੰ ਬਚਾ ਲੈਂਦੀ ਹੈ। ਗੁਰੂ ਦਾ ਸੰਗ ਹੀ ਸਾਨੂੰ ਬਚਾ ਲੈਂਦਾ ਹੈ। ਤੁਸੀਂ ਬਹੁਤ ਦਫਾ ਭਾਈ ਜੋਗੇ ਦੀ ਕਹਾਣੀ ਸੁਣੀ ਹੈ। ਕਈ ਲੋਕ ਉਸ ਨੂੰ ਨਹੀਂ ਵੀ ਮੰਨਦੇ, ਪਰ ਉਹਦੇ ਵਿੱਚ ਬੜੀ ਸਾਰਥਕਤਾ ਹੈ ਕਿ ਜਦੋਂ ਅਸੀਂ ਗੁਰੂ ਨਾਲ ਜੁੜ ਜਾਂਦੇ ਹਾਂ ਤਾਂ ਗੁਰੂ ਸਾਡੀ ਅਗਵਾਈ ਕਰਦਾ ਹੈ, ਉਹ ਸਾਨੂੰ ਗਲਤ ਰਾਹ ਤੋਂ ਰੋਕ ਲੈਂਦਾ ਹੈ। ਉਹ ਸਾਨੂੰ ਰੋਕ ਲੈਂਦਾ ਹੈ, ਉਹ ਸਾਡੇ ਰਾਹ ਦੇ ਵਿੱਚ ਰੁਕਾਵਟ ਖੜੀ ਕਰ ਦਿੰਦਾ ਹੈ, ਅਸੀਂ ਗਲਤ ਪਾਸੇ ਜਾ ਹੀ ਨਹੀਂ ਪਾਉਂਦੇ। ਇਸ ਲਈ ਗੁਰੂ ਨੇ ਰੋਕ ਲਿਆ ਭਾਈ ਜੋਗੇ ਨੂੰ, ਕਿਉਂਕਿ ਜਿਹੜਾ ਗੁਰੂ ਜੋਗਾ ਹੋ ਗਿਆ, ਗੁਰੂ ਉਹਦੇ ਜੋਗਾ ਹੋ ਜਾਂਦਾ ਹੈ, ਗੁਰੂ ਉਸ ਨੂੰ ਰੋਕ ਹੀ ਲੈਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਸਾਧ ਸੰਗਤ ਸਦਕਾ, ਗੁਰੂ ਦੀ ਕਿਰਪਾ ਸਦਕਾ ਇਹਨਾਂ ਪੰਜਾਂ ਨੂੰ ਸਾਧ ਲਿਆ, ਪੰਜਾਂ ਨੂੰ ਰੋਕ ਲਿਆ। ਇਹ ਪੰਜ ਜਿਹੜੇ ਕਾਬੂ ਨਹੀਂ ਸੀ ਆਉਂਦੇ। ਆਪਾਂ ਪੜ੍ਹਿਆ ਨਾ ਬਚਨ ਗੁਰੂ ਸਾਹਿਬ ਦਾ, ਸਤਿਗੁਰੂ ਕਹਿੰਦੇ ਜੋਏ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਭਇਆ। ਜਿਹੜੇ ਦੂਤ ਮੈਨੂੰ ਬਹੁਤ ਸਤਾਉਂਦੇ ਸੀ, ਇਹ ਕਾਮ ਕ੍ਰੋਧ ਬੜਾ ਦੁੱਖ ਦਿੰਦੇ ਸੀ, ਬੜੀ ਤਕਲੀਫ ਦਿੰਦੇ ਸੀ। ਕਦੇ ਮੈਂ ਕਾਮ ਵਿੱਚ ਫਸ ਜਾਂਦਾ, ਕਦੇ ਕ੍ਰੋਧ ਵਿੱਚ, ਕਦੇ ਲੋਭ ਵਿੱਚ, ਕਦੇ ਮੋਹ ਵਿੱਚ। ਇਹਨਾਂ ਵਿੱਚ ਫਸਣ ਕਰਕੇ ਦੁੱਖ ਭੋਗਣਾ ਪੈਂਦਾ ਸੀ, ਕਸ਼ਟ ਝੱਲਣਾ ਪੈਂਦਾ ਸੀ। ਹੁਣ ਜਦੋਂ ਦਾ ਗੁਰੂ ਦੇ ਦਰ ਤੇ ਮੈਂ ਜੁੜਿਆ, ਜਦੋਂ ਦਾ ਗੁਰੂ ਚਰਨਾਂ ਨਾਲ ਸਾਂਝ ਪਈ, ਉਦੋਂ ਦਾ ਇਹਨਾਂ ਪੰਜਾਂ ਤੋਂ ਮੈਂ ਮੁਕਤ ਹੋਇਆ। ਜਿਹੜੇ ਮੈਨੂੰ ਸਤਾਉਂਦੇ ਸੀ ਹੁਣ ਨਹੀਂ ਸਤਾਉਂਦੇ। ਜੋਏ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਭਇਆ, ਹੁਣ ਉਹ ਮੇਰੇ ਤੋਂ ਡਰਦੇ ਨੇ। ਕਿਉਂ? ਕਿਉਂਕਿ ਹੁਣ ਗੁਰੂ ਮੇਰੇ ਨਾਲ ਹੈ। ਕਰੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨਿਆ। ਹੁਣ ਉਹ ਮੈਨੂੰ ਬੇਨਤੀਆਂ ਕਰਦੇ ਨੇ ਕਿ ਅਸੀਂ ਤੇਰੀ ਸ਼ਰਨ ਵਿੱਚ ਪਏ ਹਾਂ, ਸਾਨੂੰ ਬਚਾ ਲੈ, ਸਾਨੂੰ ਬਚਾ ਲੈ। ਇੱਕ ਵਚਨ ਆਪਾਂ ਪੜ੍ਹਦੇ ਹਾਂ ਮਾਝ 12ਵਾਂ ਵਿੱਚ, ਮਾਝ 12ਵਾਂ, ਗੁਰੂ ਸਾਹਿਬ ਕਹਿੰਦੇ ਕਿ ਬਹੁਰ ਨਾ ਦੇਈ ਬੰਨ, ਕਿ ਜਿਹੜਾ ਉਹਦੇ ਦਾਮਨ ਨਾਲ ਜੁੜਿਆ, ਜਿਹੜਾ ਗੁਰੂ ਦੇ ਪੱਲੇ ਲੱਗਾ, ਜਿਹਨੇ ਗੁਰੂ ਦਾ ਲੜ ਫੜ ਲਿਆ, ਗੁਰੂ ਪੰਜਾਂ ਵਿਕਾਰਾਂ ਨੂੰ ਬੰਨਣ ਨਹੀਂ ਦਿੰਦਾ ਕਿ ਬੰਦੇ ਨੂੰ ਬੰਨ ਲੈਣ, ਐਸਾ ਉਹਨਾਂ ਨੂੰ ਇਜਾਜ਼ਤ ਹੀ ਨਹੀਂ ਦਿੰਦਾ। ਸਤਿਗੁਰੂ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਕੋਈ ਨਹੀਂ ਬੰਨ ਸਕਦਾ ਫਿਰ ਸਾਨੂੰ, ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਵੱਜ ਜਾਂਦੇ ਹਾਂ। ਜਦੋਂ ਅਸੀਂ ਮਾਇਆ ਨਾਲ ਵੱਜੇ ਹੁੰਦੇ ਹਾਂ ਤਾਂ ਫਿਰ ਸਾਨੂੰ ਕੋਈ ਨਹੀਂ ਬਚਾ ਸਕਦਾ। ਪਰ ਜਦੋਂ ਅਸੀਂ ਗੁਰੂ ਨਾਲ ਜੁੜ ਗਏ ਤਾਂ ਫਿਰ ਇਹ ਮਾਇਆ ਸਾਡਾ ਬਾਲ ਵੀ ਵਿੰਗਾ ਨਹੀਂ ਕਰ ਸਕਦੀ, ਇਹ ਕਾਮ ਕ੍ਰੋਧ ਸਾਡਾ ਕੁਛ ਨਹੀਂ ਵਿਗਾੜ ਪਾਉਂਦੇ। ਇਸ ਲਈ ਤੇ ਫਿਰ ਸਿੱਖਾਂ ਦੇ ਮਨ ਅੰਦਰ ਲਾਲਚ ਨਹੀਂ ਉੱਠਦਾ, ਲੋਭ ਨਹੀਂ ਉੱਠਦਾ, ਕਿਉਂਕਿ ਗੁਰੂ ਨਾਲ ਜੁੜੇ ਨੇ। ਸਿੱਖਾਂ ਨੂੰ ਹਰ ਤਰ੍ਹਾਂ ਦਾ ਉਹ ਲਾਲਚ ਦਿੱਤਾ ਗਿਆ, ਹਰ ਤਰ੍ਹਾਂ ਦਾ, ਕਿ ਤੁਹਾਨੂੰ ਜਿਹੜੀ ਲੜਕੀ ਨਾਲ ਤੁਸੀਂ ਕਹੋਗੇ ਉਸ ਲੜਕੀ ਦੇ ਨਾਲ ਤੁਹਾਡਾ ਵਿਆਹ ਕਰ ਦਿਆਂਗੇ। ਤੁਸੀਂ ਇੱਕ ਵਾਰੀ ਇਸ਼ਾਰਾ ਕਰੋ, ਬਸ ਆਪਣੇ ਗੁਰੂ ਦਾ ਲੜ ਛੱਡ ਦਿਓ, ਇਸਲਾਮ ਵਿੱਚ ਆ ਜਾਓ। ਜਿੰਨੀ ਦੌਲਤ ਕਹੋਗੇ ਦੇ ਦਿਆਂਗੇ, ਰਾਜ ਭਾਗ ਦੇ ਦੇਵਾਂਗੇ, ਜੋ ਚਾਹੀਦਾ ਸਭ ਦੇ ਦਿਆਂਗੇ, ਬਸ ਇੱਕ ਵਾਰੀ ਗੁਰੂ ਦਾ ਲੜ ਛੱਡ ਦਿਓ। ਪਰ ਐਸਾ ਕੋਈ ਸਿੱਖ ਨਹੀਂ ਜਿਹਨੇ ਗੁਰੂ ਦਾ ਲੜ ਛੱਡਿਆ। ਇਸ ਲਈ ਜਿਹੜਾ ਗੁਰੂ ਨਾਲ ਜੁੜਿਆ ਉਹ ਮਾਇਆ ਵੱਲ ਨੂੰ ਕਦੇ ਜਾਂਦਾ ਹੀ ਨਹੀਂ, ਉਹ ਰੂਪ ਰੰਗ ਵੱਲ ਨੂੰ ਕਦੇ ਭਟਕਦਾ ਹੀ ਨਹੀਂ। ਸਾਹਮਣੇ ਸਭ ਚੀਜ਼ਾਂ ਮੌਜੂਦ ਨੇ, ਪਰ ਫਿਰ ਵੀ ਮਨ ਵਿੱਚ ਉਹਨਾਂ ਦਾ ਕੋਈ ਲੋਭ, ਉਹਨਾਂ ਦੀ ਕੋਈ ਵਾਸਨਾ ਨਹੀਂ। ਇਹ ਗੁਰੂ ਦੇ ਸੰਗ ਸਦਕਾ ਹੁੰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਕਹੋ ਨਾਨਕ ਤਿੰਨ ਜਨ ਨਿਰਦਲਿਆ, ਉਸ ਜਨ ਨੇ ਇਸ ਮਾਇਆ ਨੂੰ ਖਤਮ ਕਰ ਦਿੱਤਾ, ਇਹਨੂੰ ਦਲ ਮਲ ਦਿੱਤਾ ਗੁਰੂ ਦੇ ਸੰਗ ਸਦਕਾ। ਸਾਧ ਸੰਗਤ ਕੈ
ਚੱਲੀ ਰੇ ਗੁਰੂ ਦੇ ਸੰਗਤ ਸਦ, ਗੁਰੂ ਦੇ ਪ੍ਰਤਾਪ ਸਦਕਾ, ਸੰਗਤ ਦੇ ਪ੍ਰਤਾਪ ਸਦਕਾ। ਇਸ ਲਈ ਗੁਰੂ ਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣਨਾ। ਜਦੋਂ ਅਸੀਂ ਗੁਰੂ ਨੂੰ ਆਪਣੇ ਅੰਗ ਸੰਗ ਜਾਣਦੇ ਹਾਂ ਤਾਂ ਸਾਡੇ ਮਨ ਅੰਦਰ ਵਾਸਨਾ ਨਹੀਂ ਉੱਠਦੀਆਂ, ਫਿਰ ਸਾਡੇ ਮਨ ਅੰਦਰ ਫਿਰ ਕਾਮ ਕ੍ਰੋਧ ਨਹੀਂ ਪੈਦਾ ਹੁੰਦੇ ਜਦੋਂ ਗੁਰੂ ਸਾਡੇ ਨਾਲ ਹੁੰਦਾ। ਜਦੋਂ ਅਸੀਂ ਗੁਰੂ ਨੂੰ ਭੁਲਾਉਂਦੇ ਹਾਂ ਉਦੋਂ ਹੀ ਸਾਡੇ ਮਨ ਅੰਦਰ ਮਾਇਆ ਆਉਂਦੀ ਹੈ। ਸੋ ਸਤਿਗੁਰੂ ਰਹਿਮਤ ਕਰੇ ਸਾਡੇ ਸਾਰਿਆਂ ਦੇ ਮਨ ਅੰਦਰ ਗੁਰੂ ਵਸੇ, ਉਹ ਸਾਡੇ ਅੰਦਰ ਬਾਹਰ ਹਰ ਥਾਂ ਸਾਨੂੰ ਉਹਦੀ ਮੌਜੂਦਗੀ ਦਾ ਅਹਿਸਾਸ ਹੋਵੇ, ਤਾਂ ਅਸੀਂ ਇਹਨਾਂ ਵਾਸਨਾਵਾਂ ਤੋਂ ਮੁਕਤ ਹੋ ਸਕਾਂਗੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।